हाँ जी बेटा, ਅੱਜ ਆਪਾਂ MS ਵਰਡ ਕਰਨ ਜਾ ਰਹੇ ਹਾਂ। ਮਾਈਕਰੋਸਾਫਟ ਵਰਡ ਦੇ ਵਿੱਚ ਬੇਸਿਕਲੀ ਕੀ ਹੁੰਦਾ, ਜਿਹੜੀਆਂ ਫਾਈਲਸ ਹੈ ਉਹਨਾਂ ਨੂੰ ਡਾਕੂਮੈਂਟਸ ਕਿਹਾ ਜਾਂਦਾ ਵਰਡ ਦੀਆਂ ਫਾਈਲਸ ਨੂੰ। ਠੀਕ, ਉਹ ਕਹਿੰਦਾ ਜਦੋਂ ਵੀ ਕੁਝ ਟਾਈਪਿੰਗ ਕਰਨੀ ਹੁੰਦੀ ਆ ਆਪਾਂ ਤਾਂ ਉਹ ਆਪਾਂ ਵਰਡ ਦੇ ਵਿੱਚ ਕਰਦੇ ਹਾਂ। ਤਾਂ ਆਪਾਂ ਕਹਿੰਦੇ ਹਾਂ ਕਿ ਜੇ ਐਕਸਪੋਜ਼ ਆਪਾਂ ਵਰਡ ਦੇ ਵਿੱਚ ਇੱਕ ਫਾਈਲ ਬਣਾਈ ਆ ਤਾਂ ਉਹ ਇੱਕ ਡਾਕੂਮੈਂਟ ਹੈ। ਠੀਕ ਹੈ, ਜਦੋਂ ਵੀ ਆਪਾਂ ਨਵਾਂ ਪ੍ਰੋਜੈਕਟ ਵਰਡ ਦੇ ਵਿੱਚ ਸਟਾਰਟ ਕਰਦੇ ਹਾਂ, ਕੋਈ ਡਾਕੂਮੈਂਟ ਕ੍ਰੀਏਟ ਕਰਦੇ ਹਾਂ ਤਾਂ ਨਵਾਂ ਡਾਕੂਮੈਂਟ ਕ੍ਰੀਏਟ ਕਰਦੇ ਹਾਂ। ਡਾਕੂਮੈਂਟ ਉਹ ਕਹਿੰਦਾ ਬਲੈਂਕ ਵੀ ਕ੍ਰੀਏਟ ਹੋ ਸਕਦਾ ਹੈ, ਟੈਂਪਲੇਟ ਤੋਂ ਵੀ ਆਪਾਂ ਕ੍ਰੀਏਟ ਕਰ ਸਕਦੇ ਹਾਂ। ਬਲੈਂਕ ਡਾਕੂਮੈਂਟ ਦਾ ਹੁੰਦਾ ਮਤਲਬ ਕਿ ਜਦੋਂ ਤੁਸੀਂ ਚੂਜ਼ ਕੀਤਾ ਤਾਂ ਬਿਲਕੁਲ ਪਲੇਨ ਖਾਲੀ ਡਾਕੂਮੈਂਟ ਬਣੂਗਾ, ਤੁਸੀਂ ਉਹਦੇ ਵਿੱਚ ਖੁਦ ਟਾਈਪਿੰਗ ਕਰੋਗੇ, ਖੁਦ ਸਾਰੀ ਫਾਰਮੈਟਿੰਗ ਸੈਟਿੰਗਸ ਕਰੋਗੇ। ਦੂਸਰੀ ਟਾਈਪ ਹੁੰਦੀ ਹੈ ਡਾਕੂਮੈਂਟ ਦੀ ਟੈਂਪਲੇਟ, ਕਿ ਤੁਸੀਂ ਟੈਂਪਲੇਟ ਚੂਜ਼ ਕਰ ਸਕਦੇ ਹੋ। ਟੈਂਪਲੇਟ ਮਤਲਬ ਆਲਰੇਡੀ ਬਣੇ ਬਣਾਏ ਡਿਜ਼ਾਈਨਸ ਹੁੰਦੇ ਆ ਉਹਦੇ ਵਿੱਚ, ਵਰਡ ਦੇ ਵਿੱਚ, ਜਿਵੇਂ ਨਿਊਜ਼ ਲੈਟਰਸ ਹੈ, ਸੇਲਸ ਰਿਪੋਰਟ ਆ, ਅਲੱਗ-ਅਲੱਗ ਤਰ੍ਹਾਂ ਦੇ ਟੈਂਪਲੇਟਸ ਬਣੇ ਹੁੰਦੇ ਆ, ਤੁਸੀਂ ਉਹਦੇ ਵਿੱਚੋਂ ਵੀ ਚੂਜ਼ ਕਰ ਸਕਦੇ ਹੋ। ਠੀਕ, ਤਾਂ ਕਹਿੰਦਾ ਹੁਣ ਡਾਕੂਮੈਂਟ ਕਿਵੇਂ ਬਣਦਾ, ਉਹਦੇ ਕੀ ਸਟੈਪਸ ਹੈ। ਸਭ ਤੋਂ ਪਹਿਲਾਂ ਫਾਈਲ ਟੈਬ 'ਚ ਜਾਵਾਂਗੇ ਤਾਂ ਉਹਦਾ ਇੱਕ ਬੈਕਸਟੇਜ ਵਿਊ ਅਪੀਅਰ ਹੋ ਜਾਊਗਾ। ਠੀਕ ਹੈ, ਜਿਹੜਾ ਵਿਊ ਅਪੀਅਰ ਹੋਇਆ, ਨਿਊ ਤੇ ਕਲਿੱਕ ਕਰਾਂਗੇ ਤਾਂ ਆਪਣੇ ਕੋਲੇ ਆਪਸ਼ਨ ਆ ਜਾਊਗੀ ਕਿ ਬਲੈਂਕ ਡਾਕੂਮੈਂਟ ਜਾਂ ਟੈਂਪਲੇਟਸ। ਠੀਕ, ਜਿਹੜੀ ਚੀਜ਼ ਜੇ ਤੁਸੀਂ ਟੈਂਪਲੇਟ ਚੂਜ਼ ਕਰਨਾ ਤਾਂ ਉਹਨੂੰ ਡਬਲ ਕਲਿੱਕ ਕਰੋ ਜਾਂ ਕਲਿੱਕ ਕਰਕੇ ਕ੍ਰੀਏਟ ਤੇ ਕਲਿੱਕ ਕਰ ਦਿਓ ਤਾਂ ਟੈਂਪਲੇਟ ਅਪਲਾਈ ਹੋ ਜਾਊਗਾ, ਨਵਾਂ ਡਾਕੂਮੈਂਟ ਟੈਂਪਲੇਟ ਦੀ ਤਰ੍ਹਾਂ ਖੁੱਲੇਗਾ ਬਣਿਆ ਬਣਾਇਆ। ਅਗਰ ਤੁਸੀਂ ਨਿਊ ਤੇ ਕਲਿੱਕ ਕਰੋਗੇ ਤਾਂ ਨਵਾਂ ਡਾਕੂਮੈਂਟ ਬਲੈਂਕ ਖੁੱਲੂਗਾ, ਬਲੈਂਕ ਡਾਕੂਮੈਂਟ ਤੇ ਕਲਿੱਕ ਕਰੋਗੇ। ਨਿਊ ਡਾਕੂਮੈਂਟ ਆਪਾਂ ਕ੍ਰੀਏਟ ਕਰ ਸਕਦੇ ਹਾਂ। ਦੂਸਰਾ ਮੈਥਡ ਹੈ ਕੁਇਕ ਅਸੈਸ ਟੂਲ ਬਾਰ ਹੁੰਦਾ ਇਸ ਤਰ੍ਹਾਂ ਦਾ, ਉਹਦੇ ਵਿੱਚ ਇੱਕ ਬਟਨ ਹੁੰਦਾ ਨਿਊ ਬਟਨ ਤੇ ਕਲਿੱਕ ਕਰੋ ਤਾਂ ਡਾਕੂਮੈਂਟ ਨਵਾਂ ਓਪਨ ਹੋ ਜਾਏਗਾ। ਜਾਂ ਫਿਰ Ctrl+N ਇੱਕ ਸ਼ਾਰਟਕਟ ਕੀ ਹੁੰਦੀ ਹੈ ਕੀਬੋਰਡ ਤੋਂ, ਜੇ ਤੁਸੀਂ ਉਹਨੂੰ ਵੀ ਪ੍ਰੈਸ ਕਰੋਗੇ ਤਾਂ ਵੀ ਇੱਕ ਨਿਊ ਡਾਕੂਮੈਂਟ ਕ੍ਰੀਏਟ ਹੋ ਜਾਊਗਾ। ਦੇਖੋ ਜਰਾ, ਸਪੋਜ਼ ਮੇਰੇ ਕੋਲੇ ਵਰਡ ਦਾ ਮੈਂ ਇੱਕ ਨਵਾਂ ਡਾਕੂਮੈਂਟ ਓਪਨ ਕਰਨਾ, ਜਾਂ ਤਾਂ ਮੈਂ ਨਿਊ ਤੇ ਜਾਊਂਗੀ, ਨਿਊ ਦੇ ਵਿੱਚ ਦੇਖੋ ਬਲੈਂਕ ਡਾਕੂਮੈਂਟਸ ਹੈ। ਠੀਕ, ਜਾਂ ਮੇਰੇ ਕੋਲੇ ਟੈਂਪਲੇਟਸ ਹੈ, ਆਹ ਬਣੇ ਬਣਾਏ ਟੈਂਪਲੇਟਸ ਆ ਜਿਹੜੇ ਮੈਂ ਚੂਜ਼ ਕਰ ਸਕਦੀ ਹਾਂ। ਅਗਰ ਮੈਂ ਕੋਈ ਟੈਂਪਲੇਟ ਅਪਲਾਈ ਕਰਨਾ ਤਾਂ ਮੈਂ ਟੈਂਪਲੇਟ ਤੇ ਓਕੇ ਕਰੂੰਗੀ, ਉਸ ਤਰ੍ਹਾਂ ਦਾ ਟੈਂਪਲੇਟ ਦਾ ਡਿਜ਼ਾਈਨ ਬਣ ਜਾਊਗਾ। ਜੇ ਮੈਂ ਖਾਲੀ ਖੋਲਣਾ ਡਾਕੂਮੈਂਟ ਤਾਂ ਬਲੈਕ ਡਾਕੂਮੈਂਟ ਤੇ ਕਲਿੱਕ ਕਰੂੰਗੀ, ਬਲੈਂਕ ਤੇ ਕ੍ਰੀਏਟ ਤੇ ਕਰੂੰਗੀ ਤਾਂ ਇੱਕ ਪਲੇਨ ਡਾਕੂਮੈਂਟ ਓਪਨ ਹੋ ਗਿਆ। ਠੀਕ ਹੈ, ਇਸੇ ਤਰ੍ਹਾਂ ਇਹਦੇ ਵਿੱਚ ਆਪਸ਼ਨਸ ਹੈ, ਆਪਾਂ ਨਿਊ ਤੇ ਵੀ ਕਰ ਸਕਦੇ ਹਾਂ। ਜੇ ਨਿਊ ਡਾਕੂਮੈਂਟ ਦੇਖੋ ਮੈਨਿਊ 'ਚ ਆ ਗਿਆ, ਇੱਥੋਂ ਵੀ ਨਿਊ ਡਾਕੂਮੈਂਟ ਕ੍ਰੀਏਟ ਹੋ ਜਾਂਦਾ। ਠੀਕ, ਤਾਂ ਇਹ ਡਾਕੂਮੈਂਟ ਕ੍ਰੀਏਟ ਕਰਨ ਦੇ ਮੈਥਡ ਸੀ। ਦੂਸਰੀ ਉਸ ਤੋਂ ਬਾਅਦ ਚੀਜ਼ ਹੈ ਕਿ ਤੁਸੀਂ ਡਾਕੂਮੈਂਟ ਕ੍ਰੀਏਟ ਕਰ ਲਿਆ, ਨਿਊ ਡਾਕੂਮੈਂਟ ਬਣ ਗਿਆ। ਠੀਕ, ਉਸ ਡਾਕੂਮੈਂਟ ਨੂੰ ਤੁਸੀਂ ਕਿਸੇ ਡਾਕੂਮੈਂਟ ਨੂੰ ਓਪਨ ਕਰਨਾ, ਹੁਣ ਸਪੋਜ਼ ਪਹਿਲਾਂ ਤੋਂ ਬਣਿਆ ਹੋਇਆ ਵਾ, ਜਿਵੇਂ ਮੇਰਾ ਡਾਕੂਮੈਂਟ ਪਹਿਲਾਂ ਤੋਂ ਬਣਿਆ ਹੋਇਆ, ਸਪੋਜ਼ ਸੈਂਪਲ ਡਾਕੂਮੈਂਟ ਇਹ ਬਣਿਆ ਹੋਇਆ, ਇਹਨੂੰ ਮੈਂ ਬੰਦ ਕਰ ਦਿੰਦੀ ਹਾਂ। ਓਪਨ ਦਾ ਮਤਲਬ ਹੁੰਦਾ ਕਿ ਪਹਿਲਾਂ ਤੋਂ ਕੋਈ ਬਣਿਆ ਹੋਇਆ ਡਾਕੂਮੈਂਟ ਉਹਨੂੰ ਤੁਸੀਂ ਖੋਲਣਾ, ਤਾਂ ਉਹਨੂੰ ਕਿਵੇਂ ਖੋਲ ਸਕਦੇ ਹੋ। ਸਭ ਤੋਂ ਪਹਿਲਾਂ ਫਾਈਲ ਮੈਨਿਊ ਤੇ ਜਾਓ, ਉਹਦੇ ਵਿੱਚ ਓਪਨ ਦੀ ਆਪਸ਼ਨ ਹੁੰਦੀ ਹੈ, ਜਾਂ ਤਾਂ ਓਪਨ ਤੇ ਕਲਿੱਕ ਕਰੋਗੇ ਤਾਂ ਉਹ ਪੁੱਛੇਗਾ ਕਿਹੜਾ ਡਾਕੂਮੈਂਟ। ਠੀਕ ਹੈ, ਤੁਸੀਂ ਉੱਥੋਂ ਓਪਨ ਕਰ ਸਕਦੇ ਹੋ। ਜਿਵੇਂ ਮੈਂ ਕਹਿੰਦੀ ਮੈਂ ਓਪਨ ਤੇ ਕਲਿੱਕ ਕੀਤਾ, ਮੈਨੂੰ ਪਤਾ ਕਿ ਮੇਰਾ ਡਾਕੂਮੈਂਟ ਡੈਸਕਟਾਪ ਤੇ ਪਿਆ ਹੋਇਆ, ਲੋਕੇਸ਼ਨ ਪਤਾ, ਸੈਂਪਲ ਡਾਕੂਮੈਂਟ ਮੈਂ ਖੋਲਣਾ ਸੀ, ਓਪਨ ਤੇ ਕਲਿੱਕ ਕਰੂੰਗੀ, ਮੇਰਾ ਡਾਕੂਮੈਂਟ ਓਪਨ ਹੋ ਜਾਏਗਾ। ਠੀਕ ਹੈ, ਦੂਸਰਾ ਮੈਥਡ ਹੈ ਕਿ ਫਾਈਲ ਤੇ ਜਾਓ, ਇਹਦੇ ਵਿੱਚ ਰੀਸੈਂਟ ਡਾਕੂਮੈਂਟਸ ਦੀ ਲਿਸਟ ਆਉਂਦੀ ਹੈ ਜਿਹੜੇ ਕਿ ਤੁਸੀਂ ਪਹਿਲਾਂ ਖੋਲ ਚੁੱਕੇ ਹੋਏ ਹੋ। ਇਹਨਾਂ ਵਿੱਚੋਂ ਤੁਸੀਂ ਕੋਈ ਵੀ ਡਾਕੂਮੈਂਟ ਜਿਹੜੇ ਲੇਟੈਸਟ ਰੀਸੈਂਟ ਹੈ ਕੋਈ ਵੀ ਖੋਲ ਕੇ ਦੇਖ ਸਕਦੇ ਹੋ, ਤਾਂ ਉਹ ਡਾਕੂਮੈਂਟ ਜਿਹੜਾ ਸ਼ੋ ਹੋ ਜਾਊਗਾ। ਅਗਰ ਉਹ ਡਾਕੂਮੈਂਟ ਨਹੀਂ ਤੁਸੀਂ ਡਿਲੀਟ ਕੀਤਾ ਤਾਂ ਉਹ ਸ਼ੋ ਹੋ ਜਾਏਗਾ। ਸਪੋਜ਼ ਮੈਂ ਕਹਿੰਦੀ ਮੈਂ ਅਕਤੂਬਰ 2020 ਵਾਲਾ ਡਾਕੂਮੈਂਟ ਖੋਲ ਰਹੀ ਹਾਂ, ਤਾਂ ਜਦੋਂ ਮੈਂ ਓਪਨ ਕਰੂੰਗੀ ਉਹ ਪਰਟੀਕੂਲਰ ਡਾਕੂਮੈਂਟ ਓਪਨ ਹੋ ਜਾਏਗਾ। ਠੀਕ ਹੈ ਬੇਟਾ, ਇਹ ਸੀਗਾ ਓਪਨ, ਕਿ ਤੁਸੀਂ ਓਪਨ ਕਿਵੇਂ ਕਰਦੇ ਹੋ। ਥਿਊਰੀ ਦੇਖੋ ਕਿ ਫਾਈਲ ਦੇ ਵਿੱਚ ਓਪਨ ਤੇ ਜਾ ਕੇ ਓਪਨ ਦਾ ਡਾਇਲੌਗ ਬਾਕਸ ਆਇਆ, ਤੁਸੀਂ ਲੋਕੇਸ਼ਨ ਚੂਜ਼ ਕੀਤੀ, ਫਾਈਲ ਦੱਸੀ ਕਿੱਥੇ ਹੈ, ਫਾਈਲ ਨੂੰ ਸਿਲੈਕਟ ਕੀਤਾ ਤੇ ਕਲਿੱਕ ਕਰਤਾ ਓਪਨ ਤੇ ਓਪਨ ਹੋ ਗਈ। ਜਾਂ ਫਿਰ ਤੁਸੀਂ ਰੀਸੈਂਟ ਡਾਕੂਮੈਂਟਸ ਵੀ ਜਿਹੜੇ ਯੂਜ਼ ਹੋਏ ਆ ਉਹਨਾਂ ਚੋਂ ਕੋਈ ਸਿਲੈਕਟ ਕਰਕੇ ਖੋਲ ਸਕਦੇ ਹੋ, ਜਿਵੇਂ ਆਪਾਂ ਹੁਣੇ ਖੋਲ ਕੇ ਦੇਖਿਆ। ਰੀਸੈਂਟ ਡਾਕੂਮੈਂਟ ਸਿਲੈਕਟ ਕਰ ਲਓ, ਓਪਨ ਤੇ ਕਲਿੱਕ ਕਰੋ, ਰੀਸੈਂਟ ਡਾਕੂਮੈਂਟ ਓਪਨ ਹੋ ਜਾਏਗਾ। ਤੀਸਰੀ ਚੀਜ਼ ਹੈ ਸੇਵਿੰਗ ਅ ਡਾਕੂਮੈਂਟ, ਕਿ ਵਰਡ ਦੇ ਵਿੱਚ ਤੁਸੀਂ ਕੁਝ ਟਾਈਪ ਕੀਤਾ, ਤੁਸੀਂ ਉਹਨੂੰ ਸੇਵ ਕਰਨਾ ਚਾਹੁੰਦੇ ਹੋ। ਤਾਂ ਉਹ ਕਹਿੰਦਾ ਕਿ ਟਾਈਪਿੰਗ ਸਿਰਫ ਸਫੀਸ਼ੀਐਂਟ ਨਹੀਂ ਹੁੰਦੀ, ਤਾਂ ਉਹ ਕਹਿੰਦਾ ਆਪਾਂ ਚਾਹੁੰਦੇ ਹਾਂ ਵੀ ਜਿਹੜੇ ਆਪਾਂ ਲਿਖਿਆ ਵਾ ਉਹਨੂੰ ਸੇਵ ਕਰ ਲਈਏ ਤਾਂ ਕਿ ਵਰਕ ਆਪਣਾ ਜਿਹੜਾ ਲਾਸ ਨਾ ਹੋਵੇ ਜੇ ਲਾਈਟ ਚਲੀ ਜਾਵੇ। ਤਾਂ ਸਾਰਾ ਡਾਟਾ ਪਰਮਾਨੈਂਟਲੀ ਸੇਵ ਕਰਨ ਲਈ ਹਾਰਡ ਡਿਸਕ ਤੇ ਜਾਂ ਕਿਸੇ ਸਟੋਰੇਜ ਡਿਵਾਈਸ ਤੇ ਆਪਾਂ ਉਹਨੂੰ ਸੇਵ ਕਰਦੇ ਹਾਂ। ਫਾਈਲ ਟੈਬ ਵਿੱਚ ਇੱਕ ਆਪਸ਼ਨ ਹੁੰਦੀ ਹੈ ਸੇਵ ਐਜ਼। ਠੀਕ ਹੈ, ਉਹ ਕਹਿੰਦਾ ਸੇਵ ਐਜ਼ ਆਪਸ਼ਨ ਦੇ ਵਿੱਚ ਕੀ ਹੁੰਦਾ, ਸੇਵ ਐਜ਼ ਦਾ ਡਾਇਲੌਗ ਬਾਕਸ ਖੁੱਲ ਜਾਂਦਾ, ਉੱਥੇ ਆਪਾਂ ਦੱਸ ਸਕਦੇ ਹਾਂ ਵੀ ਕਿਹੜੇ ਫੋਲਡਰ ਦੇ ਵਿੱਚ ਕਿਸ ਨਾਮ ਨਾਲ ਫਾਈਲ ਸਟੋਰ ਕਰਨੀ ਹੈ। ਬਾਈ ਡਿਫਾਲਟ ਜਿਵੇਂ ਮਾਈ ਡਾਕੂਮੈਂਟਸ ਵਿੱਚ ਹੁੰਦੀ ਹੈ, ਤਾਂ ਤੁਸੀਂ ਜਿਸ ਜਗ੍ਹਾ ਤੇ ਸਟੋਰ ਕਰਨਾ ਚਾਹੁੰਦੇ ਹੋ ਫੋਲਡਰ ਸਿਲੈਕਟ ਕਰੋ ਤੇ ਉਸ ਤੋਂ ਬਾਅਦ ਫਾਈਲ ਦਾ ਨੇਮ ਦਿਓ ਤੇ ਕਲਿੱਕ ਕਰ ਦਿਓ, ਸੇਵ ਹੋ ਜਾਊ। ਠੀਕ ਹੈ, ਉਹ ਕਹਿੰਦਾ ਹੁਣ ਉਸ ਤੋਂ ਬਾਅਦ ਕੀ ਹੈ, ਤੁਸੀਂ ਇੱਕ ਵਾਰੀ ਸੇਵ ਕਰਤੀ, ਪਰ ਉਸ ਤੋਂ ਬਾਅਦ ਆਪਾਂ ਕਈ ਵਾਰੀ ਸਿਚੁਏਸ਼ਨ ਹੁੰਦੀ ਵੀ ਕੁਝ ਮੋਡੀਫਾਈ ਕਰਦੇ ਆ, ਨਵੇਂ ਸੇਵ ਕਰਦੇ ਆ ਚੇਂਜਸ, ਤਾਂ ਤੁਸੀਂ ਜਿਹੜੇ ਨਵੇਂ ਚੇਂਜਸ ਕੀਤੇ ਉਹਨਾਂ ਨੂੰ ਸੇਵ ਕਰਨ ਲਈ ਕਿਵੇਂ ਕਰੋਗੇ, ਜਾਂ ਤਾਂ Ctrl+S ਪ੍ਰੈਸ ਕਰ ਦਿਓ ਜਾਂ ਫਾਈਲ ਦੇ ਵਿੱਚ ਜਾ ਕੇ ਸੇਵ ਕਰ ਦਿਓ। ਠੀਕ ਹੈ, ਸੇਵ ਐਜ਼ ਦੇ ਵਿੱਚ ਤੁਹਾਨੂੰ ਫਾਈਲ ਨੇਮ ਵਾਰ-ਵਾਰ ਦੇਣਾ ਪੈਂਦਾ। ਸੇਵ ਹੁੰਦਾ ਕਿ ਪਹਿਲਾਂ ਤੋਂ ਬਣਿਆ ਹੋਇਆ ਡਾਕੂਮੈਂਟ ਆ, ਤੁਸੀਂ ਉਹਦੇ ਵਿੱਚ ਚੇਂਜਸ ਸੇਵ ਕਰਨੇ ਆ।
ਜਿਵੇਂ ਸਪੋਜ਼ ਮੇਰੀ ਫਾਈਲ ਇਹ ਹੈ, ਅਗਰ ਮੈਂ ਇਹਨੂੰ ਸੇਵ ਕਰਨਾ ਵਾ ਤਾਂ ਮੈਂ ਪਹਿਲਾਂ ਦਾ ਬਣਿਆ ਹੋਇਆ ਵਾ, ਮੈਂ ਸੇਵ ਕਰੂੰਗੀ, ਹਰ ਵਾਰੀ ਚੇਂਜਸ ਸੇਵ ਹੁੰਦੇ ਜਾਣਗੇ। ਠੀਕ, ਜਿਵੇਂ ਮੈਂ ਨਾਮ ਦੇ ਇੱਥੇ ਦੇ ਦਿੰਦੀ ਹਾਂ ਹੈਡਿੰਗ। ਤਾਂ ਜਦੋਂ ਵੀ ਮੈਂ ਇਹਨੂੰ ਸੇਵ ਕਰਨਾ ਤਾਂ ਮੈਂ ਇਹਨੂੰ ਸੇਵ ਨਾਲ ਸੇਵ ਕਰ ਦੂੰਗੀ, ਸੈਂਪਲ ਫਾਈਲ 'ਚ ਚੇਂਜਸ ਸੇਵ ਹੋ ਗਏ। ਅਗਰ ਮੈਂ ਸੇਵ ਐਸ ਕਰਨਾ ਵਾ ਸਪੋਜ਼, ਠੀਕ ਹੈ, ਤਾਂ ਮੈਨੂੰ ਇਹਦਾ ਨਾਮ ਦੇ ਕੇ ਮੈਂ ਸੇਵ ਕਰੂੰਗੀ ਕਿ ਕਿਸ ਨਾਮ ਨਾਲ ਸੇਵ ਕਰਨੀ ਹੈ। ਆਲਰੇਡੀ ਸੈਂਪਲ ਦੇ ਨਾਮ ਨਾਲ ਸੇਵ ਹੈ। ਜਿਵੇਂ ਲੋਕੇਸ਼ਨ ਚੇਂਜ ਕਰਨੀ ਹੈ, ਸਪੋਜ਼ ਮੈਂ ਕਹਿੰਦੀ ਹਾਂ ਮੈਂ ਹੁਣ ਡੀ ਡਰਾਈਵ ਸੇਵ ਕਰਨੀ ਹੈ ਸੈਂਪਲ ਦੇ ਨਾਮ ਨਾਲ, ਠੀਕ ਹੈ, ਤਾਂ ਸੇਵ ਕਰੂੰਗੀ ਤਾਂ ਹੁਣੇ ਡੀ ਡਰਾਈਵ ਦੇ ਵਿੱਚ ਵੀ ਸੇਵ ਹੋ ਗਈ ਸੈਂਪਲ। ਤਾਂ ਸੇਵ ਐਜ਼ ਵਿੱਚ ਤੁਸੀਂ ਨਾਮ ਦੇ ਕੇ ਸੇਵ ਕਰਦੇ ਹੋ। ਉਸ ਤੋਂ ਬਾਅਦ ਜੇ ਤੁਸੀਂ ਕੋਈ ਚੇਂਜਸ ਕਰ ਰਹੇ ਹੋ, ਠੀਕ ਹੈ, ਤਾਂ ਉਹ ਚੇਂਜਸ ਜਿਹੜੇ ਤੁਸੀਂ ਵਾਰ-ਵਾਰ ਸੇਵ ਕਰਨੇ ਆ, ਤਾਂ ਫਿਰ ਆਪਾਂ ਸਿੰਪਲ ਸੇਵ ਕਰਦੇ ਹਾਂ ਤਾਂ ਉਹ ਚੇਂਜਸ ਸੇਵ ਹੋ ਜਾਂਦੇ ਆ। ਠੀਕ ਹੈ, ਇਹ ਟੌਪਿਕ ਸੀ ਕਿ ਤੁਸੀਂ ਫਾਈਲ ਦੇ ਵਿੱਚ ਕਿਵੇਂ ਚੇਂਜਸ ਕਰਦੇ ਹੋ, ਸੇਵ ਕਿਵੇਂ ਕਰਦੇ ਹੋ, ਸੇਵ ਐਸ ਕਿਵੇਂ ਕਰਦੇ ਹੋ। ਕਲੋਜ਼ਿੰਗ ਅ ਡਾਕੂਮੈਂਟ, ਕਿ ਕੋਈ ਫਾਈਲ ਤੁਸੀਂ ਖੋਲੀ ਹੋਈ ਹੈ, ਇੱਕ ਤੋਂ ਜ਼ਿਆਦਾ ਫਾਈਲਸ ਖੁੱਲੀਆਂ, ਤੁਸੀਂ ਉਹਨੂੰ ਕਲੋਜ਼ ਕਰਨਾ ਚਾਹੁੰਦੇ ਹੋ, ਤਾਂ ਫਾਈਲ ਟੈਬ ਦੇ ਵਿੱਚ ਕਲੋਜ਼ ਮੈਨਿਊ ਹੁੰਦਾ, ਤੁਸੀਂ ਉੱਥੋਂ ਕਲੋਜ਼ ਆਪਸ਼ਨ ਚੂਜ਼ ਕਰਕੇ ਉਹਨੂੰ ਕਲੋਜ਼ ਕਰ ਸਕਦੇ ਹੋ। ਸਪੋਜ਼ ਮੇਰੀ ਇਹ ਫਾਈਲ ਹੈ, ਠੀਕ, ਆਪਾਂ ਇੱਕ ਓਪਨ ਫਾਈਲ ਖੋਲੀ ਹੋਈ ਹੈ ਸਿੰਪਲ, ਮੈਂ ਇਹਨੂੰ ਸੇਵ ਨਹੀਂ ਕਰਨਾ ਤਾਂ ਕਲੋਜ਼ ਕਰ ਸਕਦੀ ਹਾਂ। ਜਾਂ ਇਹਦੇ ਵਿੱਚ ਆਪਸ਼ਨ ਵੀ ਹੁੰਦੀ ਹੈ, ਫਾਈਲ 'ਚ ਜਾਓ, ਕਲੋਜ਼ ਕਰੋ, ਫਾਈਲ ਕਲੋਜ਼ ਹੋ ਗਈ ਪਰ ਐਕਸਲ ਖੁੱਲ੍ਹਾ ਰਹਿੰਦਾ। ਠੀਕ ਹੈ, ਹੁਣ ਮੈਂ ਫਾਈਲ ਖੋਲ ਕੇ ਦੇਖਣੀ ਸੀ, ਮੈਂ ਓਪਨ ਦੇ ਵਿੱਚ ਰੀਸੈਂਟ 'ਚ ਖੋਲ੍ਹੀ, ਮੇਰੀ ਫਾਈਲ ਦੁਬਾਰਾ ਖੁੱਲ੍ਹ ਗਈ, ਤਾਂ ਤੁਸੀਂ ਫਾਈਲ ਕਲੋਜ਼ ਵੀ ਕਰ ਸਕਦੇ ਹੋ। ਇਹ ਸੀ ਕਿ ਜਦੋਂ ਤੁਸੀਂ ਡਾਕੂਮੈਂਟ ਬਣਾਉਂਦੇ ਹੋ ਵਰਡ ਦੇ ਵਿੱਚ, ਉਸ ਡਾਕੂਮੈਂਟ ਦੇ ਵਿੱਚ ਜਦੋਂ ਤੁਸੀਂ ਚੇਂਜਸ ਕੀਤੇ ਆ ਉਹਨੂੰ ਸੇਵ ਵੀ ਕਰਦੇ ਹੋ, ਓਪਨ ਵੀ ਕਰ ਸਕਦੇ ਹੋ ਉਹਨੂੰ, ਬਾਅਦ ਵਿੱਚ ਫਾਈਲ ਨੂੰ ਕਲੋਜ਼ ਵੀ ਕਰ ਸਕਦੇ ਹੋ। ਕਲੋਜ਼ ਕਰਦੇ ਟਾਈਮ ਉਹ ਹਮੇਸ਼ਾ ਪੁੱਛਦਾ ਕਿ ਤੁਸੀਂ ਚੇਂਜਸ ਸੇਵ ਕਰਨੇ ਆ, ਜੇ ਪਹਿਲਾਂ ਤੋਂ ਸੇਵ ਕੀਤੇ ਹੋਏ ਤਾਂ ਠੀਕ ਹੈ, ਨਹੀਂ ਜੇ ਤੁਸੀਂ ਨਹੀਂ ਸੇਵ ਕੀਤੇ ਡਾਇਰੈਕਟ ਕਲੋਜ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਪੁੱਛੇਗਾ ਕਿ ਡੂ ਯੂ ਵਾਂਟ ਟੂ ਸੇਵ। ਅਗਰ ਯੈਸ ਕਰੋਗੇ ਤਾਂ ਡਾਟਾ ਸੇਵ ਹੋ ਜਾਏਗਾ। ਠੀਕ ਹੈ, ਅਗਲਾ ਮੇਨ ਟੌਪਿਕ ਹੈ ਫਾਰਮੈਟਿੰਗ ਟੈਕਸਟ। ਕਿ ਫਾਰਮੈਟਿੰਗ ਹੁੰਦਾ ਕਿ ਉਹ ਕਹਿੰਦਾ ਆਪਣਾ ਜਿਹੜਾ ਲਿਖਿਆ ਆਪਾਂ ਉਹਨੂੰ ਥੋੜਾ ਅਟਰੈਕਟਿਵ ਲੁੱਕ ਦੇਣੀ ਹੈ, ਤਾਂ ਆਪਾਂ ਉਹਦੀ ਫਾਰਮੈਟਿੰਗ ਕਰਦੇ ਹਾਂ। ਫਾਰਮੈਟਿੰਗ ਜਿਵੇਂ ਆਪਾਂ ਫੌਂਟ ਟੈਬ ਕੀਤਾ ਹੋਇਆ ਪਹਿਲਾਂ ਵੀ, ਐਕਸਲ 'ਚ ਵੀ ਕੀਤਾ, ਪਾਵਰ ਪੁਆਇੰਟ 'ਚ ਵੀ ਕੀਤਾ, ਕਿ ਫੌਂਟ ਹੋਮ ਟੈਬ ਦੇ ਵਿੱਚ, ਠੀਕ ਹੈ, ਇੱਕ ਫੌਂਟ ਗਰੁੱਪ ਹੁੰਦਾ, ਫੌਂਟ ਗਰੁੱਪ ਦੇ ਵਿੱਚ ਫੌਂਟ ਸਾਈਜ਼ ਸੈੱਟ ਕਰ ਸਕਦੇ ਹੋ। ਹੋਮ ਟੈਬ 'ਚ ਫੌਂਟ ਗਰੁੱਪ ਹੈ, ਫੌਂਟ ਦਾ ਸਾਈਜ਼ ਸੈੱਟ ਕਰ ਸਕਦੇ ਹੋ, ਫੌਂਟ ਦੇ ਮਤਲਬ ਅਲੱਗ-ਅਲੱਗ ਟਾਈਪਸ ਦੇ ਫੌਂਟ ਚੂਜ਼ ਕਰ ਸਕਦੇ ਹੋ। ਠੀਕ ਹੈ, ਬੋਲਡ, ਇਟੈਲਿਕ, ਅੰਡਰਲਾਈਨ ਕਰ ਸਕਦੇ ਹੋ ਤੁਸੀਂ। ਤਾਂ ਇਹ ਸਭ ਕੁਝ ਫੌਂਟਸ ਨਾਲ ਸਿਲੈਕਟਡ ਹੈ। ਉਹ ਕਹਿੰਦਾ ਪਹਿਲਾਂ ਟੈਕਸਟ ਸਿਲੈਕਟ ਕਰ ਲਓ, ਠੀਕ ਹੈ, ਫਿਰ ਉਹਦਾ ਸਾਈਜ਼ ਸਿਲੈਕਟ ਕਰ ਲਓ ਜਾਂ ਸਟਾਈਲ ਸਿਲੈਕਟ ਕਰ ਲਓ। ਜੇ ਕਲਰ ਚੂਜ਼ ਕਰਨਾ, ਪਹਿਲਾਂ ਟੈਕਸਟ ਨੂੰ ਸਿਲੈਕਟ ਕਰਦੇ ਆ ਹਮੇਸ਼ਾ, ਫਿਰ ਕਲਰ ਚੂਜ਼ ਕਰੋ, ਕਲਰ ਅਪਲਾਈ ਹੋ ਜਾਊਗਾ ਕਲਰ ਮੈਨਿਊ ਦੇ ਵਿੱਚੋਂ। ਠੀਕ ਹੈ, ਇਸੇ ਤਰ੍ਹਾਂ ਉਹ ਕਹਿੰਦਾ ਜੇ ਤੁਸੀਂ ਬੋਲਡ, ਇਟੈਲਿਕ, ਅੰਡਰਲਾਈਨ ਕਰਨਾ, ਪਹਿਲਾਂ ਟੈਕਸਟ ਨੂੰ ਸਿਲੈਕਟ ਕਰਦੇ ਆ ਹਮੇਸ਼ਾ ਫਾਰਮੈਟਿੰਗ ਲਈ, ਉਸ ਤੋਂ ਬਾਅਦ ਬੋਲਡ, ਇਟੈਲਿਕ, ਅੰਡਰਲਾਈਨ ਜੋ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਅਪਲਾਈ ਕਰ ਸਕਦੇ ਹੋ। ਸਾਰਾ ਕੁਝ ਫਾਰਮੈਟਿੰਗ ਦਾ ਪਾਰਟ ਹੈ। ਜਿਹੜਾ ਟੈਕਸਟ ਤੁਸੀਂ ਸਿਲੈਕਟ ਕੀਤਾ ਉਹਨੂੰ ਤੁਸੀਂ ਚੇਂਜ ਕੇਸ ਕਰ ਸਕਦੇ ਹੋ, ਅਪਰ ਕੇਸ, ਲੋਅਰ ਕੇਸ ਜਾਂ ਸੈਂਟੈਂਸ ਕੇਸ। ਠੀਕ ਹੈ, ਤਾਂ ਹੁਣ ਆਪਾਂ ਕਰਾਂਗੇ ਫੌਂਟਸ ਦੀ ਫਾਰਮੈਟਿੰਗ, ਕਿ ਜਿਹੜਾ ਤੁਸੀਂ ਲਿਖਿਆ ਵਾ ਉਹਦੀ ਫਾਰਮੈਟਿੰਗ। ਸਪੋਜ਼ ਮੈਂ ਲਿਖਿਆ ਹੈਡਿੰਗ ਆਫ ਟੌਪਿਕ, ਮੈਂ ਇਹਦੀ ਫਾਰਮੈਟਿੰਗ ਕਰਨੀ ਹੈ, ਕੋਈ ਵੀ ਡਾਟਾ ਸਿਲੈਕਟ ਕਰਕੇ ਸਿਲੈਕਟ ਕੀਤਾ। ਸਪੋਜ਼ ਮੈਂ ਕਹਿੰਦੀ ਹਾਂ ਜਿਹੜੀ ਹੈਡਿੰਗ ਉਹ ਏਰੀਅਲ 'ਚ ਆ ਜੇ, ਠੀਕ ਹੈ, ਇਹਦਾ ਸਾਈਜ਼ ਹੋ ਜਾਏ 20, ਬੋਲਡ ਆਵੇ, ਇਟੈਲਿਕ ਆਵੇ ਔਰ ਅੰਡਰਲਾਈਨ ਆਵੇ। ਜੇ ਤੁਸੀਂ ਹਟਾਉਣਾ ਤਾਂ ਅੰਡਰਲਾਈਨ ਹਟਾ ਸਕਦੇ ਹੋ। ਠੀਕ, ਉਸ ਤੋਂ ਬਾਅਦ ਮੈਂ ਕਹਿੰਦੀ ਇਹਦਾ ਜਿਹੜਾ ਕਲਰ ਹੈ, ਹਜੇ ਬਲੈਕ ਆ ਨਾ, ਤਾਂ ਮੈਂ ਕਹਿੰਦੀ ਕਲਰ ਜਿਹੜਾ ਵਾ ਉਹ ਆਹ ਵਾਲਾ ਕਲਰ ਡਿਸਪਲੇ ਹੋ ਜੇ। ਠੀਕ, ਨੈਕਸਟ ਥਿੰਗ ਮੈਂ ਕਹਿੰਦੀ ਹਾਂ ਕਿ ਜਿਹੜਾ ਮੈਂ ਸਿਲੈਕਟ ਕੀਤੀ ਹੈ ਹੈਡਿੰਗ, ਉਹਦੀ ਬੈਕਗਰਾਊਂਡ ਕਲਰ ਵੀ ਚੇਂਜ ਕਰ ਸਕਦੇ ਹੋ। ਠੀਕ ਹੈ, ਜਿਵੇਂ ਆਪਾਂ ਬੈਕਗਰਾਊਂਡ ਕਲਰ ਕਹਿ ਦਿੰਦੇ ਹਾਂ ਇਹਦਾ ਬੈਕਗਰਾਊਂਡ ਕਲਰ ਆਵੇ। ਅੱਛਾ, ਨੈਕਸਟ ਆਪਸ਼ਨ ਸੀ ਚੇਂਜ ਕੇਸ, ਕਿ ਤੁਸੀਂ ਇਹਦਾ ਕੇਸ ਚੇਂਜ ਕਰ ਸਕਦੇ ਹੋ। ਟੈਕਸਟ ਸਿਲੈਕਟ ਕਰੋ, ਲੋਅਰ ਕੇਸ 'ਚ ਹੋ ਜੇ ਸਾਰਾ। ਸਪੋਜ਼ ਟੈਕਸਟ ਸਿਲੈਕਟ ਕਰਨਾ ਪਊਗਾ ਬੇਟਾ ਪਹਿਲਾਂ, ਹੋਮ ਟੈਬ ਤੇ ਟੈਕਸਟ ਨੂੰ ਮੈਂ ਸਿਲੈਕਟ ਕੀਤਾ। ਠੀਕ ਹੈ, ਇੱਥੋਂ ਤੁਸੀਂ ਕਰ ਸਕਦੇ ਹੋ ਕਿ ਲੋਅਰ ਕੇਸ 'ਚ ਕਨਵਰਟ ਹੋ ਜੇ, ਹੋ ਗਿਆ। ਅਪਰ ਕੇਸ 'ਚ ਕਨਵਰਟ ਹੋ ਜੇ, ਤੁਸੀਂ ਟੈਕਸਟ ਸਿਲੈਕਟ ਕੀਤਾ, ਅਪਰ ਕੇਸ 'ਚ ਹੋ ਜੇ, ਜਿਵੇਂ ਮੈਨੂੰ ਹੈਡਿੰਗ ਅਪਰ ਕੇਸ ਚਾਹੀਦੀ ਹੈ। ਤੀਸਰੀ ਹੁੰਦੀ ਜਿਹੜੀ ਯੂਜ਼ ਹੁੰਦੀ ਸੈਂਟੈਂਸ ਕੇਸ, ਕਿ ਫਸਟ ਲੈਟਰ ਕੈਪੀਟਲ। ਸਪੋਜ਼ ਮੈਨੂੰ ਹੈਡਿੰਗ ਅਪਰ ਕੇਸ ਚਾਹੀਦੀ ਤਾਂ ਮੈਂ ਅਪਰ ਕੇਸ ਕਰ ਦਿੰਦੀ ਹਾਂ। ਠੀਕ ਹੈ, ਤਾਂ ਇਹ ਸੀ ਫੌਂਟਸ ਦੀ ਫਾਰਮੈਟਿੰਗ, ਕਿ ਤੁਸੀਂ ਫੌਂਟ ਸੈਟਿੰਗ ਕਰ ਸਕਦੇ ਹੋ। ਫਾਰਮੈਟਿੰਗ ਆਫ ਫੌਂਟਸ ਕਿਵੇਂ ਹੁੰਦੀ ਹੈ? ਸਿੰਪਲ ਟੈਕਸਟ ਦੀ ਫਾਰਮੈਟਿੰਗ ਹੈ, ਕਿ ਕੋਈ ਵੀ ਟੈਕਸਟ ਤੁਸੀਂ ਲਿਖਿਆ ਉਹਦੀ ਤੁਸੀਂ ਫਾਰਮੈਟਿੰਗ ਕਰ ਸਕਦੇ ਹੋ। ਤਾਂ ਇਹ ਫਾਰਮੈਟਿੰਗ ਦਾ ਪਾਰਟ ਆਪਾਂ ਕੀਤਾ। ਉਹ ਕਹਿੰਦਾ ਹੁਣ ਇਸ ਤੋਂ ਇਲਾਵਾ ਤੁਸੀਂ ਪੈਰਾਗ੍ਰਾਫ ਦੀ ਫਾਰਮੈਟਿੰਗ ਵੀ ਕਰ ਸਕਦੇ ਹੋ। ਠੀਕ ਹੈ, ਸਪੋਜ਼ ਆ ਮੇਰਾ ਟੈਕਸਟ ਹੈ, ਮੈਂ ਇਹਨੂੰ ਕਹਿ ਰਹੀ ਹਾਂ ਕਿ ਪੈਰਾਗ੍ਰਾਫ ਲਿਖੇ ਹੋਏ ਹੈ, ਤਾਂ ਪੈਰਾਗ੍ਰਾਫ ਦਾ ਵੀ ਤੁਸੀਂ ਫੌਂਟ ਸੈੱਟ ਕਰ ਸਕਦੇ ਹੋ। ਜਿਵੇਂ ਮੈਂ ਕਹਿੰਦੀ ਪੈਰਾਗ੍ਰਾਫ ਦਾ ਜਿਹੜਾ ਫੌਂਟ ਹੈ ਉਹ ਟਾਈਮਸ ਨਿਊ ਰੋਮਨ ਹੋਵੇ। ਠੀਕ ਹੈ, ਸਾਈਜ਼ 12 ਹੋ ਜੇ, ਪੈਰਾਗ੍ਰਾਫ ਜਿਹੜਾ ਬੋਲਡ ਹੋ ਜੇ, ਹੈ ਨਾ, ਤੇ ਜਿਹੜਾ ਸਪੋਜ਼ ਆਪਣਾ ਪੈਰਾਗ੍ਰਾਫ ਆ ਸਾਰਾ ਅਪਰ ਕੇਸ 'ਚ ਹੋ ਜੇ। ਠੀਕ ਹੈ, ਬਟ ਆਪਾਂ ਸੈਂਟੈਂਸ ਕੇਸ ਲੈਂਦੇ ਹਾਂ ਨੋਰਮਲੀ, ਤਾਂ ਮੈਂ ਸੈਂਟੈਂਸ ਕੇਸ ਲੈ ਲਿਆ।
ठीक है। तो पैराग्राफ ते भी ਉਹੀ ਫਾਰਮੈਟਿੰਗ ਅਪਲਾਈ ਹੋ ਜਾਂਦੀ ਹੈ। ਪੈਰਾਗ੍ਰਾਫ ਦਾ ਤੁਸੀਂ ਕਲਰ ਵੀ ਚੇਂਜ ਕਰ ਸਕਦੇ ਹੋ, ਉਹਨੂੰ ਸਿਲੈਕਟ ਕਰੋ, ਮਤਲਬ ਜਿਸ ਚੀਜ਼ ਤੇ ਵੀ ਤੁਸੀਂ ਫੌਂਟ ਅਪਲਾਈ ਕਰਨਾ ਉਹਨੂੰ ਸਿਲੈਕਟ ਕਰ ਲਓ, ਉਸ ਤੋਂ ਬਾਅਦ ਉਹਦਾ ਤੁਸੀਂ ਕਲਰ ਕੰਬੀਨੇਸ਼ਨ ਚੇਂਜ ਕਰ ਸਕਦੇ ਹੋ। ਸਪੋਜ਼ ਮੈਂ ਇਹਦਾ ਕਲਰ ਕੰਬੀਨੇਸ਼ਨ ਚੇਂਜ ਕਰਨਾ ਚਾਹੁੰਦੀ ਹਾਂ, ਠੀਕ ਹੈ, ਤਾਂ ਇਹ ਮੈਂ ਇਹਦਾ ਕਲਰ ਕੰਬੀਨੇਸ਼ਨ ਕਰਤਾ। ਨੈਕਸਟ ਇਸੇ ਦੇ ਵਿੱਚ ਹੈ ਪੈਰਾਗ੍ਰਾਫ ਫਾਰਮੈਟਿੰਗ, ਕਿ ਉਹ ਕਹਿੰਦਾ ਪੈਰਾਗ੍ਰਾਫ ਦੀ ਲੁੱਕ ਹੋਰ ਵਧੀਆ ਦੇਣ ਲਈ ਤੁਸੀਂ ਉਹਦੀ ਅਲਾਈਨਮੈਂਟ ਕਰ ਸਕਦੇ ਹੋ, ਕਿ ਪੈਰਾਗ੍ਰਾਫ ਦੇ ਵਿੱਚ ਲੈਫਟ ਸਾਈਡ ਤੇ ਹੋਵੇ ਅਲਾਈਨਮੈਂਟ, ਸੈਂਟਰ 'ਚ ਹੋਵੇ ਜਾਂ ਰਾਈਟ ਸਾਈਡ ਹੋਵੇ, ਤੇ ਸਪੇਸਿੰਗ ਦੇ ਸਕਦੇ ਹੋ। ਫਾਰਮੈਟਿੰਗ ਪੈਰਾਗ੍ਰਾਫ ਨੈਕਸਟ ਟੌਪਿਕ ਹੈ, ਕਿ ਪੈਰਾਗ੍ਰਾਫ ਦੇ ਵਿੱਚ ਤੁਸੀਂ ਕਿਵੇਂ ਫਾਰਮੈਟਿੰਗ ਕਰਦੇ ਹੋ, ਕਿ ਸਪੇਸ ਦੇ ਦਿਓ, ਸਿੰਗਲ ਲਾਈਨ ਸਪੇਸ ਹੋਵੇ ਪੈਰਾਗ੍ਰਾਫ 'ਚ, ਡਬਲ ਲਾਈਨ ਸਪੇਸ ਹੋਵੇ, ਜਾਂ ਉਹਦੀ ਅਲਾਈਨਮੈਂਟ, ਦੋ ਚੀਜ਼ਾਂ ਹੁੰਦੀਆਂ। ਪੈਰਾਗ੍ਰਾਫ ਫਾਰਮੈਟਿੰਗ ਪੂਰੇ ਪੈਰਾਗ੍ਰਾਫ ਤੇ ਅਪਲਾਈ ਹੁੰਦੀ ਹੈ, ਠੀਕ ਹੈ। ਪੈਰਾਗ੍ਰਾਫ ਹੁੰਦਾ ਕਿ ਜਦੋਂ ਆਪਾਂ ਲਿਖਦੇ ਜਾ ਰਹੇ ਹਾਂ, ਨੈਕਸਟ ਜਿਵੇਂ ਦੋ ਪੈਰਾਗ੍ਰਾਫ ਆਪਣੇ ਡਾਕੂਮੈਂਟਸ, ਪਹਿਲੀ ਹੈ ਪੈਰਾਗ੍ਰਾਫ ਫਾਰਮੈਟਿੰਗ ਦੇ ਵਿੱਚ ਹੁੰਦੀ ਹੈ ਪੈਰਾਗ੍ਰਾਫ ਦੀ ਅਲਾਈਨਮੈਂਟ, ਕਿ ਉਹ ਲੈਫਟ ਨੂੰ ਹੋਵੇ, ਰਾਈਟ ਹੋਵੇ, ਸੈਂਟਰ ਹੋਵੇ ਜਾਂ ਜਸਟੀਫਾਈ ਹੋਵੇ। ਦੂਸਰੀ ਚੀਜ਼ ਪੈਰਾਗ੍ਰਾਫ ਫਾਰਮੈਟਿੰਗ 'ਚ ਹੁੰਦੀ ਹੈ ਲਾਈਨ ਐਂਡ ਪੈਰਾਗ੍ਰਾਫ ਸਪੇਸਿੰਗ। ਵਨ ਬਾਈ ਵਨ ਕਰਦੇ ਹਾਂ। ਪੈਰਾਗ੍ਰਾਫ ਦੀ ਅਲਾਈਨਮੈਂਟ, ਅਲਾਈਨਮੈਂਟ ਇਹ ਦੱਸਦੀ ਹੈ ਕਿ ਪੈਰਾਗ੍ਰਾਫ ਕਿਵੇਂ ਅਪੀਅਰ ਹੋਣਗੀਆਂ ਉਹਦੀਆਂ ਲਾਈਨਸ, ਠੀਕ ਹੈ, ਕਿ ਲੈਫਟ ਸਾਈਡ ਵੱਲ ਆਉਣ, ਰਾਈਟ ਸਾਈਡ ਵੱਲ ਆਉਣ। ਉਹ ਕਹਿੰਦਾ ਅਲਾਈਨਮੈਂਟ ਆਪਸ਼ਨ 'ਚ ਆਪਾਂ ਦੇਖਦੇ ਹਾਂ, ਹੋਮ ਟੈਬ ਦੇ ਵਿੱਚ ਪੈਰਾਗ੍ਰਾਫ ਗਰੁੱਪ ਹੈ, ਉਹਦੇ ਵਿੱਚ ਅਲਾਈਨਮੈਂਟ ਆਪਸ਼ਨ ਹੈ। ਤਾਂ ਸਪੋਜ਼ ਮੈਂ ਕਹਿੰਦੀ ਹਾਂ ਪੈਰਾਗ੍ਰਾਫ ਆਪਣੇ ਕੋਲ ਹੈ, ਹੋਮ ਟੈਬ ਹੈ, ਉਹਦੇ ਵਿੱਚ ਪੈਰਾਗ੍ਰਾਫ ਗਰੁੱਪ ਹੈ, ਤੇ ਉਹਦੇ ਵਿੱਚ ਅਲਾਈਨਮੈਂਟ ਆਪਸ਼ਨ ਆ, ਆਹ ਅਲਾਈਨਮੈਂਟ ਆਪਸ਼ਨ ਹੈ। ਤਾਂ ਆਪਾਂ ਕਹਿੰਦੇ ਹਾਂ ਕਿ ਪੈਰਾਗ੍ਰਾਫ ਤੇ ਅਪਲਾਈ ਕਿਵੇਂ ਹੁੰਦਾ, ਪਹਿਲਾਂ ਪੈਰਾਗ੍ਰਾਫ ਸਿਲੈਕਟ ਕਰ ਲਓ ਜਿਹਦੇ ਤੇ ਤੁਸੀਂ ਅਲਾਈਨਮੈਂਟ ਕਰਨੀ ਹੈ, ਲੈਫਟ, ਰਾਈਟ ਜਾਂ ਸੈਂਟਰ। ਤਾਂ ਲੈਫਟ ਅਲਾਈਨਮੈਂਟ ਹੁੰਦੀ ਹੈ ਕਿ ਲੈਫਟ ਸਾਈਡ ਵੱਲ ਨੂੰ ਅਲਾਈਨ ਹੋ ਜੇ ਇਕੁਅਲ ਡਿਸਟੈਂਸ। ਸੈਂਟਰ ਦੇ ਵਿੱਚ ਕੀ ਹੈ ਕਿ ਲੈਫਟ ਤੇ ਰਾਈਟ, ਸੈਂਟਰ 'ਚ ਉਹਦੀ ਸੈਟਿੰਗ ਹੋ ਜੇ। ਰਾਈਟ ਸਾਈਡ ਅਲਾਈਨ ਹੈ, ਰਾਈਟ ਸਾਈਡ ਤੋਂ ਟੈਕਸਟ ਨੂੰ ਅਲਾਈਨਮੈਂਟ ਕਰਨੀ। ਜਸਟੀਫਾਈਡ ਹੈ, ਦੋਨੋਂ ਸਾਈਡਸ ਤੋਂ ਇਕੁਅਲ। ਉਹ ਕਹਿੰਦਾ ਜਿਹੜੀਆਂ ਆਪਾਂ ਬੁੱਕਸ ਪ੍ਰਿੰਟ ਕਰਦੇ ਹਾਂ, ਨਿਊਜ਼ ਲੈਟਰਸ ਪ੍ਰਿੰਟ ਕਰਦੇ ਹਾਂ, ਉਹ ਜਸਟੀਫਿਕੇਸ਼ਨ ਹੁੰਦੀ ਹੈ ਉਹਨਾਂ ਦੀ, ਜਸਟੀਫਾਈਡ ਹੁੰਦੀਆਂ, ਠੀਕ। ਕਿਸ ਤਰ੍ਹਾਂ ਅਲਾਈਨਮੈਂਟ ਕਰਨੀ ਹੈ, ਪਹਿਲਾਂ ਟੈਕਸਟ ਸਿਲੈਕਟ ਕਰ ਲਓ, ਦੇਖੋ ਜ਼ਰਾ, ਠੀਕ ਹੈ। ਮੈਂ ਜੇ ਲੈਫਟ ਜਸਟੀਫਾਈ ਕਰੂੰਗੀ ਤਾਂ ਲੈਫਟ ਸਾਈਡ ਤੋਂ ਆਪਣੀ ਅਲਾਈਨਮੈਂਟ ਹੋਗੀ, ਠੀਕ ਹੈ। ਲੈਫਟ ਸਾਈਡ ਵੱਲ ਦੇਖੋ ਪੂਰੀ ਸੈਟਿੰਗ ਸਹੀ ਹੈ, ਤਾਂ ਇਹ ਲੈਫਟ ਅਲਾਈਨ ਹੈ। ਜੇ ਮੈਂ ਰਾਈਟ ਅਲਾਈਨ ਕਰੂੰਗੀ, ਰਾਈਟ ਸਾਈਡ ਵੱਲੋਂ ਸੈਟਿੰਗ ਸੈੱਟ ਹੋ ਜਾਊਗੀ, ਠੀਕ। ਜੇ ਮੈਂ ਸੈਂਟਰ ਕਹੂੰਗੀ ਤਾਂ ਸੈਂਟਰ ਦੇ ਅਕੋਰਡਿੰਗਲੀ ਅਲਾਈਨਮੈਂਟ ਹੋਗੀ। ਜਸਟੀਫਾਈਡ ਹੁੰਦਾ ਵੀ ਦੋਨੋਂ ਸਾਈਡਸ ਤੋਂ ਇਕੁਅਲ, ਠੀਕ ਹੈ। ਇਸੇ ਤਰ੍ਹਾਂ ਦੂਸਰਾ ਪੈਰਾਗ੍ਰਾਫ ਆ, ਸਪੋਜ਼ ਮੈਂ ਇਹਨੂੰ ਲੈਫਟ ਅਲਾਈਨ ਕਰਨਾ, ਤਾਂ ਇਹਦੀ ਮੈਂ ਅਲਾਈਨਮੈਂਟ ਕਹੂੰਗੀ ਲੈਫਟ, ਠੀਕ। ਜੇ ਮੈਂ ਇਹਨੂੰ ਰਾਈਟ ਅਲਾਈਨ ਕਰਨਾ ਤਾਂ ਰਾਈਟ, ਰਾਈਟ ਸਾਈਡ ਵੱਲੋਂ ਇਕੁਅਲ। ਸੈਂਟਰ 'ਚ ਹੋਊਗਾ ਤਾਂ ਇਸ ਤਰ੍ਹਾਂ। ਜਸਟੀਫਾਈ ਹੈ ਤਾਂ ਦੋਨੋਂ ਸਾਈਡਸ ਤੋਂ ਇਕੁਅਲ। ਜਿਵੇਂ ਸਪੋਜ਼ ਆਪਣੀ ਹੈਡਿੰਗ ਹੈ ਜਿਹੜੀ, ਉਹਨੂੰ ਮੈਂ ਸੈਂਟਰ 'ਚ ਕਰਨਾ ਹੈ ਨਾ, ਤਾਂ ਤੁਸੀਂ ਹੈਡਿੰਗ ਸੈਂਟਰ 'ਚ ਕਿੱਥੋਂ ਕਰੋਗੇ, ਇੱਥੋਂ। ਤਾਂ ਇਹ ਪੈਰਾਗ੍ਰਾਫ ਦੀ ਅਲਾਈਨਮੈਂਟ ਹੈ, ਕਿ ਤੁਸੀਂ ਪੈਰਾਗ੍ਰਾਫ ਦੀ ਅਲਾਈਨਮੈਂਟ ਕਿਵੇਂ ਕਰਦੇ ਹੋ, ਲੈਫਟ, ਰਾਈਟ, ਸੈਂਟਰ, ਜਸਟੀਫਾਈ ਉਹਨੇ ਦਿੱਤੀ ਵੀ ਹੋਈ ਹੈ। ਲੈਫਟ ਅਲਾਈਨ ਕੀਤਾ ਤਾਂ ਲੈਫਟ ਸਾਈਡ ਤੋਂ ਇਕੁਅਲ ਆ ਗਈ, ਸੈਂਟਰ ਅਲਾਈਨ ਕੀਤਾ ਸੈਂਟਰ ਦੇ ਵਿੱਚ ਬਰਾਬਰ ਹੈ, ਰਾਈਟ ਅਲਾਈਨ ਕੀਤਾ ਤਾਂ ਰਾਈਟ ਸਾਈਡ ਤੋਂ ਦੇਖੋ ਬਰਾਬਰ ਆ ਸਾਰਾ ਕੁਝ। ਔਰ ਅਗਰ ਤੁਸੀਂ ਜਸਟੀਫਾਈ ਕੀਤਾ ਤਾਂ ਲੈਫਟ ਤੇ ਰਾਈਟ ਸਾਈਡ ਦੋਨੇ ਜਿਹੜੀਆਂ ਵਾ ਇਕੁਅਲ ਹੈ, ਠੀਕ ਹੈ। ਤਾਂ ਪਹਿਲੀ ਸੀ ਅਲਾਈਨਮੈਂਟ ਪੈਰਾਗ੍ਰਾਫ ਦੀ। ਦੂਸਰੀ ਹੈ ਪੈਰਾਗ੍ਰਾਫ ਦੇ ਵਿੱਚ ਸਪੇਸਿੰਗ। ਸਪੇਸਿੰਗ ਕੀ ਹੁੰਦੀ ਹੈ, ਲਾਈਨ ਦੀ ਸਪੇਸ ਵੀ ਹੁੰਦੀ ਹੈ ਤੇ ਪੈਰਾਗ੍ਰਾਫ ਦੀ ਸਪੇਸ ਵੀ ਹੁੰਦੀ ਹੈ। ਲਾਈਨ ਸਪੇਸ ਕੀ ਹੈ, ਵਰਟੀਕਲ ਸਪੇਸ ਬਿਟਵੀਨ ਲਾਈਨ ਆਫ ਟੈਕਸਟ ਇਨ ਏ ਪੈਰਾਗ੍ਰਾਫ, ਕਿ ਜਿਹੜਾ ਪੈਰਾਗ੍ਰਾਫ ਲਿਖਿਆ, ਜਿਵੇਂ ਆ ਦੋ ਲਾਈਨਾਂ ਵਾ, ਪਹਿਲੀ ਲਾਈਨ ਤੇ ਦੂਜੀ ਲਾਈਨ, ਦੋਨਾਂ ਦੇ ਵਿੱਚ ਜਿਹੜੀ ਸਪੇਸ ਹੈ ਤਾਂ ਉਹਨੂੰ ਲਾਈਨ ਸਪੇਸਿੰਗ ਕਿਹਾ ਜਾਂਦਾ ਹੈ। ਲਾਈਨ ਸਪੇਸਿੰਗ ਜਿਹੜੀ ਆ ਆਪਾਂ ਨਾਰਮਲੀ ਸੈੱਟ ਹੁੰਦੀ 1.5, ਠੀਕ ਹੈ। ਉਹਨੂੰ ਆਪਾਂ ਇਨਕਰੀਜ਼ ਵੀ ਕਰ ਸਕਦੇ ਹਾਂ ਲਾਈਨ ਸਪੇਸਿੰਗ ਨੂੰ, ਸਿੰਗਲ, ਡਬਲ। ਤਾਂ ਲਾਈਨ ਸਪੇਸਿੰਗ ਕਿਵੇਂ ਇਨਕਰੀਜ਼ ਹੁੰਦੀ ਹੈ, ਸਪੋਜ਼ ਇਹ ਪੈਰਾਗ੍ਰਾਫ ਹੈ, ਇਹਨੂੰ ਸਿਲੈਕਟ ਕਰ ਲਓ, ਠੀਕ। ਉਸ ਪੈਰਾਗ੍ਰਾਫ ਦੇ ਵਿੱਚ ਸਪੇਸਿੰਗ ਹੈ, ਇੱਥੇ ਕਲਿੱਕ ਕਰੋ, ਤਾਂ ਇਹਦੇ ਵਿੱਚ ਦਿੱਤਾ ਹੁੰਦਾ ਕਿ ਤੁਸੀਂ ਲਾਈਨ ਸਪੇਸਿੰਗ ਕਿੰਨੀ ਦੇਣੀ ਹੈ, ਠੀਕ। ਆ ਲਾਈਨ ਸਪੇਸਿੰਗ ਹੈ, ਸਪੋਜ਼ ਮੈਂ ਕਹਿੰਦੀ ਹਾਂ ਡਬਲ, ਤਾਂ ਦੇਖੋ ਪੈਰਾਗ੍ਰਾਫ ਦੀਆਂ ਜਿਹੜੀਆਂ ਲਾਈਨਸ ਉਹਦੇ ਵਿੱਚ ਸਪੇਸ ਵੱਧ ਗਈ। ਅਗਰ ਮੈਂ ਕਹਿੰਦੀ ਹਾਂ ਸਿੰਗਲ ਸਪੇਸ ਹੈ, ਲਾਈਨ ਸਪੇਸ, ਤਾਂ ਦੇਖਿਓ ਉਹਦੇ ਪੈਰਾਗ੍ਰਾਫ ਦੀਆਂ ਜਿਹੜੀਆਂ ਲਾਈਨਸ ਹੈ ਉਹਨਾਂ ਦੇ ਵਿਚਾਲੇ ਸਪੇਸ ਘਟ ਗਈ। ਆਹ ਸਿੰਗਲ ਲਾਈਨ ਸਪੇਸ ਹੈ, ਠੀਕ। ਇਸ ਪੈਰਾਗ੍ਰਾਫ ਨੂੰ ਮੈਂ ਕਹਿੰਦੀ ਹਾਂ 1.5 ਲਾਈਨ ਸਪੇਸ ਹੋ ਜੇ। ਪੈਰਾਗ੍ਰਾਫ ਟੈਬ 'ਚ ਜਾਓ, 1.5 ਸੀ, ਸਪੋਜ਼ ਮੈਂ ਡਬਲ ਕਰ ਦਿੰਦੀ ਹਾਂ ਤਾਂ ਸਪੇਸਿੰਗ ਉਸ ਤੋਂ ਜ਼ਿਆਦਾ ਵੱਧ ਗਈ। ਤਾਂ ਇਹ ਹੈ ਸਪੇਸਿੰਗ, ਲਾਈਨਸ ਦੇ ਵਿੱਚ ਸਪੇਸਿੰਗ, ਠੀਕ ਹੈ। 1.5, ਸਿੰਗਲ, ਡਬਲ, ਤੁਸੀਂ ਉਹਨੂੰ ਰਿਡਿਊਸ ਕਰ ਸਕਦੇ ਹੋ ਜਾਂ ਇਨਕਰੀਜ਼ ਕਰ ਸਕਦੇ ਹੋ। ਕਿੱਥੋਂ ਚੇਂਜ ਹੁੰਦੀ ਹੈ ਲਾਈਨ ਸਪੇਸਿੰਗ, ਹੋਮ ਟੈਬਸ ਪੈਰਾਗ੍ਰਾਫ ਗਰੁੱਪ ਦੇ ਵਿੱਚ ਲਾਈਨ ਐਂਡ ਪੈਰਾਗ੍ਰਾਫ ਸਪੇਸਿੰਗ 'ਚ ਜਾਓ, ਉੱਥੋਂ ਤੁਸੀਂ ਸਪੇਸਿੰਗ ਜਿਹੜੀ ਆ ਉਹ ਸੈੱਟ ਕਰ ਸਕਦੇ ਹੋ, ਠੀਕ। ਉਹ ਕਹਿੰਦਾ ਇਸੇ ਤਰ੍ਹਾਂ ਲਾਈਨ ਸਪੇਸਿੰਗ ਦੀ ਆਪਸ਼ਨ ਇੱਥੋਂ ਵੀ ਹੁੰਦੀ ਹੈ ਜਿਹੜੀ ਆਪਾਂ ਕੀਤੀ ਆ ਹੁਣੇ, ਕਿ ਆ ਲਾਈਨ ਸਪੇਸਿੰਗ ਦੀ ਆਪਸ਼ਨ ਹੈ। ਇੱਥੋਂ ਤੁਸੀਂ ਮਲਟੀਪਲ, ਸਿੰਗਲ, ਜੇ ਤੁਸੀਂ ਕੋਈ ਵੈਲਿਊ ਦੇਣੀ ਹੈ ਪਰਟੀਕੁਲਰਲੀ ਉਹ ਵੀ ਦੇ ਸਕਦੇ ਹੋ, ਜਿਵੇਂ ਮੈਂ ਸਿਲੈਕਟ ਕੀਤਾ, ਠੀਕ। ਇੱਥੇ ਮੈਂ ਕਹਿੰਦੀ ਹਾਂ ਕਿ ਜਿਹੜੀ ਸਪੇਸਿੰਗ ਹੈ ਮਲਟੀਪਲ, ਠੀਕ ਹੈ। ਆਪਾਂ ਵੈਲਿਊ ਵਧਾ ਦਿੰਦੇ ਹਾਂ ਜਾਂ ਘਟਾ ਦਿੰਦੇ ਹਾਂ, ਤਾਂ 2.5 ਕਰਤੀ ਤਾਂ ਉਨੀ ਵੈਲਿਊ ਸੈੱਟ ਹੋ ਜਾਏਗੀ। ਤੁਸੀਂ ਲਾਈਨਸ ਦੇ ਵਿੱਚ ਸਪੇਸ ਸੈੱਟ ਕਰ ਰਹੇ ਹੋ ਤਾਂ ਉਹ ਆਪਣੀ ਲਾਈਨ ਸਪੇਸਿੰਗ ਨਾਲ ਸੈੱਟ ਹੁੰਦੀ ਹੈ। ਸਿੰਗਲ ਸਪੇਸ ਦੇ ਵਿੱਚ ਲਾਈਨਸ ਦੇ ਵਿੱਚ ਸਪੇਸ ਬਹੁਤ ਘੱਟ ਹੁੰਦੀ ਹੈ, ਡਬਲ ਸਪੇਸ ਵਿੱਚ ਲਾਈਨਸ ਵਿੱਚ ਸਪੇਸ ਵੱਧ ਗਈ ਜਿਵੇਂ ਸ਼ੋ ਹੋ ਰਿਹਾ।
ਤਾਂ ਇਹ ਲਾਈਨਸ ਦੇ ਵਿੱਚ ਸਪੇਸਿੰਗ ਸੀ। ਅਗਲਾ ਹੁੰਦਾ ਪੈਰਾਗ੍ਰਾਫ ਸਪੇਸਿੰਗ, ਠੀਕ ਹੈ। ਲਾਈਨ ਸਪੇਸਿੰਗ ਦੀ ਲਾਈਨਸ ਦੇ ਵਿੱਚ ਸਪੇਸ, ਪੈਰਾਗ੍ਰਾਫ ਸਪੇਸ ਕਿ ਦੋ ਪੈਰਾਗ੍ਰਾਫ ਆ ਤਾਂ ਅਮਾਊਂਟ ਆਫ ਸਪੇਸ ਅਬਵ ਔਰ ਬਿਲੋ ਇਹ ਪੈਰਾਗ੍ਰਾਫ, ਦੋ ਪੈਰਾਗ੍ਰਾਫ ਦੇ ਜਿਹੜੇ ਉਸ ਪੈਰਾਗ੍ਰਾਫ ਤੋਂ ਪਹਿਲਾਂ ਜਾਂ ਪੈਰਾਗ੍ਰਾਫ ਤੋਂ ਬਾਅਦ ਕਿੰਨੀ ਸਪੇਸ ਆਵੇ, ਠੀਕ ਹੈ। ਤਾਂ ਉਹ ਕਹਿੰਦਾ ਇਹ ਚੀਜ਼ ਇਵੇਂ ਡਿਸਾਈਡ ਹੁੰਦੀ ਹੈ ਪੈਰਾਗ੍ਰਾਫ ਸਪੇਸਿੰਗ, ਦੋ ਪੈਰਾਗ੍ਰਾਫਸ ਤੋਂ ਅਬਵ ਜਾਂ ਕਿਸੇ ਵੀ ਪੈਰਾਗ੍ਰਾਫ ਤੋਂ ਅਬਵ ਜਾਂ ਬਿਲੋ ਕਿੰਨੀ ਸਪੇਸ ਆਵੇ। ਤਾਂ ਆਪਾਂ ਲਾਈਨ ਸਪੇਸਿੰਗ ਦੇ ਵਿੱਚ ਜਾਂਦੇ ਹਾਂ ਤਾਂ ਉਹਦੇ ਵਿੱਚ ਆਪਸ਼ਨ ਆਉਂਦੀ ਹੈ ਐਡ ਸਪੇਸਿੰਗ ਬਿਫੋਰ ਪੈਰਾਗ੍ਰਾਫ, ਰਿਮੂਵ ਸਪੇਸਿੰਗ ਬਿਫੋਰ ਪੈਰਾਗ੍ਰਾਫ, ਠੀਕ ਹੈ। ਤਾਂ ਆਪਾਂ ਦੇਖਦੇ ਹਾਂ ਇਸ ਆਪਸ਼ਨ ਨੂੰ, ਇੱਥੋਂ ਵੀ ਆ ਜਾਂਦੀ ਹੈ ਉਹ ਵਾਲੀ ਸੈਟਿੰਗਸ ਜਿਹੜੀਆਂ ਆਪਣੀਆਂ। ਹੁਣ ਦੇਖੋ ਆਪਣੇ ਕੋਲ ਦੋ ਪੈਰਾਗ੍ਰਾਫ ਆ, ਇੱਕ ਆ ਫਰਸਟ, ਇੱਕ ਆ ਸੈਕਿੰਡ। ਤਾਂ ਆਪਾਂ ਕਹਿੰਦੇ ਇਹਦੀ ਸੈਟਿੰਗ ਕਿਵੇਂ ਕਰਨੀ ਹੈ ਜਦੋਂ ਤੁਸੀਂ ਸਪੇਸਿੰਗ ਕਰਨੀ ਹੈ। ਕਲਿੱਕ ਦਾ ਲਾਈਨ ਐਂਡ ਪੈਰਾਗ੍ਰਾਫ ਸਪੇਸਿੰਗ ਕਮਾਂਡਸ ਔਨ ਦਾ ਹੋਮ ਟੈਬ, ਫਿਰ ਆਪਾਂ ਇਹ 'ਚੋਂ ਆਪਸ਼ਨ ਚੂਜ਼ ਕੀਤੀ, ਠੀਕ ਹੈ। ਜਦੋਂ ਆਪਾਂ ਚੂਜ਼ ਕੀਤੀ ਕਿ ਐਡ ਕਰਨੀ ਹੈ ਤਾਂ ਡਾਇਲੌਗ ਜਾਂ ਫਿਰ ਡਾਇਲੌਗ ਬਾਕਸ ਵੀ ਖੋਲ ਸਕਦੇ ਹਾਂ ਸਿੱਧਾ। ਆਹ ਪੈਰਾਗ੍ਰਾਫ ਸਪੇਸਿੰਗ ਹੈ ਕਿ ਪੈਰਾਗ੍ਰਾਫ ਤੋਂ ਪਹਿਲਾਂ ਕਿੰਨੀ ਸਪੇਸ ਆਵੇ ਤੇ ਬਾਅਦ 'ਚ ਕਿੰਨੀ ਆਵੇ, ਠੀਕ ਹੈ। ਤਾਂ ਕਿਸ ਤਰ੍ਹਾਂ ਕਰਾਂਗੇ ਦੇਖੋ ਜਰਾ। ਸਪੋਜ਼ ਮੈਂ ਪੈਰਾਗ੍ਰਾਫ ਸਿਲੈਕਟ ਕਰ ਲਿਆ, ਠੀਕ ਹੈ। ਅਗਰ ਤੁਸੀਂ ਇੱਥੋਂ ਕਰਨੀ ਹੈ ਇੱਥੋਂ ਵੀ ਕਰ ਸਕਦੇ ਹੋ। ਆਹ ਲਾਈਨ ਸਪੇਸਿੰਗ ਆ ਉਤਲੀ, ਨੀਚੇ ਵਾਲੀ ਪੈਰਾਗ੍ਰਾਫ ਆ। ਐਡ ਸਪੋਜ਼ ਸਪੇਸ ਬਿਫੋਰ ਪੈਰਾਗ੍ਰਾਫ ਤਾਂ ਐਡ ਹੋ ਗਈ। ਆਪਾਂ ਕਹਿੰਦੇ ਹਾਂ ਅਗਰ ਸਪੋਜ਼ ਰਿਮੂਵ ਸਪੇਸ ਆਫਟਰ ਪੈਰਾਗ੍ਰਾਫ, ਸਪੇਸ ਰਿਮੂਵ ਕਰਤੀ। ਇੱਥੋਂ ਪ੍ਰੋਪਰ ਕਲੀਅਰ ਹੋਊਗਾ ਦੇਖੋ ਜਰਾ। ਪੈਰਾਗ੍ਰਾਫ ਤੋਂ ਪਹਿਲਾਂ 12 ਦੀ ਸਪੇਸ ਆ, ਆਫਟਰ ਮੈਂ ਕਹਿੰਦੀ ਬਾਅਦ 'ਚ ਵੀ ਸਪੇਸ ਸੈੱਟ ਕਰਨੀ ਆ। ਪੈਰਾਗ੍ਰਾਫ ਤੋਂ ਬਾਅਦ ਵੀ 12 ਪੁਆਇੰਟਸ ਦੀ ਸਪੇਸ ਹੋਵੇ ਤਾਂ ਦੇਖੋ ਆਹ ਸਪੇਸ ਵੱਧ ਗਈ। ਬਿਫੋਰ ਦੇ ਵਿੱਚ ਉੱਪਰ ਵਾਲੀ ਸਪੇਸ ਵੱਧਦੀ ਹੈ ਪੈਰਾਗ੍ਰਾਫ ਤੋਂ, ਜੇ ਸਪੋਜ਼ ਮੈਂ ਇਹਨੂੰ ਇਨਕਰੀਜ਼ ਕਰ ਦਿੰਦੀ ਹਾਂ ਤਾਂ ਦੇਖੋ ਉੱਪਰੋਂ ਸਪੇਸ ਵਧੂਗੀ, ਵੱਧ ਗਈ ਨਾ। ਤੇ ਜੇ ਮੈਂ ਇਹਨੂੰ ਕਹਿੰਦੀ ਹਾਂ ਨੀਚੇੋਂ ਸਪੇਸ ਆਫਟਰ ਪੈਰਾਗ੍ਰਾਫ, ਆਹ ਸਪੇਸਿੰਗ ਪੈਰਾਗ੍ਰਾਫ ਦੀ ਸਪੇਸਿੰਗ ਹੈ, ਠੀਕ ਹੈ। ਤਾਂ ਆਫਟਰ ਵੀ ਆਪਾਂ ਕਹਿੰਦੇ ਸਪੇਸ ਵੱਧ ਜੇ ਤਾਂ ਆਫਟਰ ਸਪੇਸ ਵੱਧ ਗਈ। ਸਪੇਸਿੰਗ ਲਾਈਨ ਸਪੇਸ ਹੁੰਦੀ ਹੈ, ਲਾਈਨ ਹੁੰਦੀ ਪੈਰਾਗ੍ਰਾਫ ਦੀਆਂ ਲਾਈਨਸ ਦੇ ਵਿੱਚ ਸਪੇਸ, ਔਰ ਸਪੇਸ ਇੱਕ ਹੁੰਦੀ ਹੈ ਸਪੇਸਿੰਗ ਪੈਰਾਗ੍ਰਾਫ ਦੇ ਉੱਪਰ ਤੇ ਨੀਚੇ, ਉਹਨੂੰ ਕਿਹਾ ਜਾਂਦਾ ਅਬਵ ਐਂਡ ਬਿਲੋ, ਠੀਕ ਹੈ। ਸਪੇਸਿੰਗ ਬਿਫੋਰ ਐਂਡ ਆਫਟਰ ਦਾ ਪੈਰਾਗ੍ਰਾਫ ਤਾਂ ਉਹ ਇੱਥੋਂ ਸੈੱਟ ਹੁੰਦੀ ਹੈ। ਅੱਜ ਆਪਾਂ ਬੇਟਾ ਬੇਸਿਕ ਕੀਤਾ ਕਿ ਵਰਡ ਦੇ ਵਿੱਚ ਡਾਕੂਮੈਂਟ ਬਣਦਾ ਕਿਵੇਂ ਆ, ਡਾਕੂਮੈਂਟ ਓਪਨ ਕਲੋਜ਼ ਸੇਵ ਕਿਵੇਂ ਹੁੰਦਾ, ਫਿਰ ਫਾਰਮੈਟਿੰਗ ਕਿਵੇਂ ਹੁੰਦੀ ਹੈ ਤੇ ਸਪੇਸਿੰਗ ਕਿਵੇਂ ਸੈੱਟ ਕਰਦੇ ਆ, ਪੈਰਾਗ੍ਰਾਫ ਦੀ ਫਾਰਮੈਟਿੰਗ ਕੀ ਹੁੰਦੀ ਹੈ। ਪੈਰਾਗ੍ਰਾਫ ਦੀ ਫਾਰਮੈਟਿੰਗ ਦੇ ਵਿੱਚ ਆਪਾਂ ਕੀਤਾ ਕਿ ਅਲਾਈਨਮੈਂਟ, ਪੈਰਾਗ੍ਰਾਫ ਦੀ ਅਲਾਈਨਮੈਂਟ ਕਰਨਾ। ਤੁਹਾਨੂੰ ਇੱਥੇ ਕੁਐਸਚਨ ਆਉਂਦਾ ਪਰਟੀਕੁਲਰਲੀ ਕਿ ਪੈਰਾਗ੍ਰਾਫ ਦੀ ਕਿਹੜੀ ਫਾਰਮੈਟਿੰਗ ਹੁੰਦੀ ਹੈ। ਤਾਂ ਪੈਰਾਗ੍ਰਾਫ ਦੀ ਫਾਰਮੈਟਿੰਗ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਉਹਦੀ ਅਲਾਈਨਮੈਂਟ ਤੇ ਦੂਸਰੀ ਉਹਦੀ ਸਪੇਸਿੰਗ। ਅਲਾਈਨਮੈਂਟ ਹੁੰਦੀ ਹੈ ਲੈਫਟ ਰਾਈਟ ਸੈਂਟਰ ਜਸਟੀਫਾਈ, ਠੀਕ ਹੈ। ਔਰ ਜਿਹੜੀ ਅਲਾਈਨਮੈਂਟ ਆ ਉਹ ਹੁੰਦੀ ਹੈ ਲੈਫਟ ਰਾਈਟ ਸੈਂਟਰ ਤੇ ਜਸਟੀਫਾਈ। ਤੇ ਪੈਰਾਗ੍ਰਾਫ ਦੇ ਵਿੱਚ ਦੂਜੀ ਫਾਰਮੈਟਿੰਗ ਹੁੰਦੀ ਹੈ ਲਾਈਨਸ ਦੀ ਸਪੇਸਿੰਗ, ਕਿ ਲਾਈਨਸ ਦੇ ਵਿੱਚ ਕਿੰਨੀ ਸਪੇਸ ਹੈ, ਸਿੰਗਲ, ਹਾਫ, 1.5 ਜਾਂ ਡਬਲ। ਤੇ ਪੈਰਾਗ੍ਰਾਫ ਸਪੇਸਿੰਗ, ਪੈਰਾਗ੍ਰਾਫ ਸਪੇਸਿੰਗ ਕਿ ਪੈਰਾਗ੍ਰਾਫ ਸ਼ੁਰੂ ਦੇ ਉੱਪਰ ਕਿੰਨੀ ਸਪੇਸ ਅਬਵ ਤੇ ਆਫਟਰ ਪੈਰਾਗ੍ਰਾਫ ਕਿੰਨੀ ਸਪੇਸ ਹੈ, ਠੀਕ ਹੈ ਬੇਟਾ। ਇਹ ਸਭ ਨੇ ਵੀਡੀਓ ਦੇਖ ਲੈਣੀ ਹੈ, ਮੈਂ ਤੁਹਾਨੂੰ ਸੈਂਡ ਕਰ ਰਹੀ ਹਾਂ, ਇਸ ਨੂੰ ਪ੍ਰੋਪਰ ਦੇਖੋ ਅੱਛੀ ਤਰ੍ਹਾਂ। ਉਸ ਤੋਂ ਬਾਅਦ ਕੱਲ ਨੂੰ ਆਪਾਂ ਲੈਕਚਰ ਟਾਈਮ ਦੇ ਵਿੱਚ ਇਹਨੂੰ ਡਿਸਕਸ ਕਰਾਂਗੇ। ਜਿਹੜੀਆਂ ਪ੍ਰੋਬਲਮਸ ਹੋਣਗੀਆਂ ਤੁਸੀਂ ਆਪਣੀਆਂ ਕੁਐਰੀਜ਼ ਰੈਡੀ ਰੱਖਣਾ। ਓਕੇ ਬੇਟਾ, ਥੈਂਕ ਯੂ।